ਆਖੋ ਪ੍ਰਭੂ ਨਾਨਕ ਦੇ ਕਰ ਹੱਥ। ਸਿੱਖੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖੀ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮੁਖੀ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਅਰਤਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਅਰਤਖ ਗੁਰੂ ਨਿਸਤਾਰੇ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ। ਰਵ ਰਹਿਆ ਸਭਨੀ ਜਾਈ, ਸੰਤੋ ਸੁਖ ਹੋਆ ਸਭ ਥਾਈ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਗਰੀਬ ਨਵਾਜ ਸਤਿਗੁਰੂ ਭਗਤ ਵਚਲ ਪਤਿਤ ਪਾਵਨ ਵਾਲੀਏ ਦੋ ਜਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਪਾਵਨ ਦਰਬਾਰ ਵਿਖੇ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਮਿਲਿਆ ਹੈ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਹਿਲਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਪਹਿਲੇ ਪ੍ਰਕਾਸ਼ ਦਿਹਾੜੇ ਦਾ ਮਤਲਬ ਜਦੋਂ ਸਭ ਤੋਂ ਪਹਿਲੀ ਵਾਰ ਆਦਿ ਗ੍ਰੰਥ ਦੇ ਰੂਪ ਦੇ ਵਿੱਚ ਪਾਵਨ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ।
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਸੁਭਾਗੀ ਧਰਤੀ 'ਤੇ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਅੱਜ ਦੇ ਦਿਨ ਸੰਨ 1604 'ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਔਰ ਇਸ ਦਿਨ ਨੂੰ ਸਮੁੱਚੇ ਸਿੱਖ ਜਗਤ, ਸਿੱਖ ਸਮਾਜ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਸੋ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਮਿਹਰ ਕਰਨ, ਸਭਨਾਂ ਦੇ ਹਿਰਦਿਆਂ 'ਚ ਪਾਵਨ ਬਾਣੀ ਦਾ ਪ੍ਰਕਾਸ਼ ਕਰਨ, ਸਤ ਦਾ ਪ੍ਰਕਾਸ਼ ਕਰਨ, ਗੁਰੂ ਗਿਆਨ ਦਾ ਦੀਵਾ ਅੰਦਰ ਜਗੇ, ਅਗਿਆਨ ਅੰਧੇਰ ਵਿਨਾਸ਼ ਵਾਲੀ ਖੇਡ ਵਰਤੇ। ਗੁਰੂ ਗੋਦ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ। ਉਪਰੰਤ ਆਓ ਅੱਜ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਚਾਰਾਂ ਦੀ ਸਾਂਝ ਪਾਈਏ ਔਰ ਜੇ ਸਮਾਂ ਬਣਿਆ ਫਿਰ ਆਪਾਂ ਨਾਲ ਦੀ ਨਾਲ ਜੋ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਸਹਿਸਕ੍ਰਿਤੀ ਬਾਣੀ ਦੀ, ਉਹਦੇ ਵੀ ਪਾਵਨ ਬਚਨਾਂ ਦੀ ਵਿਆਖਿਆ ਵਿਚਾਰ ਦੇ ਨਾਲ ਜੁੜਾਂਗੇ। ਪਰ ਪ੍ਰਥਮ ਅੱਜ ਦੇ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਚਾਰਾਂ ਦੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਮਨ ਕਰਕੇ, ਤਨ ਕਰਕੇ ਸਾਵਧਾਨ ਇਕਾਗਰ ਹੋਵੋ ਔਰ ਦਸਮ ਪਾਤਸ਼ਾਹ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸਤਿਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਮਾਜ ਅੰਦਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ 3 ਦਿਹਾੜੇ ਮਨਾਏ ਜਾਂਦੇ ਹਨ। ਪਹਿਲਾ ਹੈ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਪ੍ਰਕਾਸ਼ ਦਿਹਾੜਾ, ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਇਹ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਨੇ ਨਿਭਾਈ। ਦੂਜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਦਿਹਾੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਪਾਸੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਮੁੱਚੀ ਬਾਣੀ ਲਿਖਵਾਈ ਅਤੇ ਉਹ ਜਿਹੜਾ ਪਹਿਲਾ ਸਰੂਪ ਉਹਨੂੰ ਆਦਿ ਗ੍ਰੰਥ ਵੀ ਕਿਹਾ ਜਾਂਦਾ ਹੈ। ਉਹਦੇ 'ਚ 34 ਮਹਾਂਪੁਰਖਾਂ ਦੀ ਬਾਣੀ ਹੈ ਔਰ 35ਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ ਉਹ ਕਿਉਂਕਿ ਬਾਅਦ 'ਚ ਉਚਾਰਨ ਹੋਈ ਅਤੇ ਬਾਅਦ 'ਚ ਗੁਰੂ ਗ੍ਰੰਥ ਸਾਹਿਬ ਵਿਖੇ ਲਿਖਵਾਈ ਗਈ। ਇਹ ਫਿਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ 'ਤੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ, ਇਹ 2 ਗੁਰੂ ਕਿਆਂ ਸਿੱਖਾਂ ਨੇ ਸੇਵਾ ਕੀਤੀ ਹੈ। ਉਹ ਪਾਵਨ ਗ੍ਰੰਥ ਬਾਣੀ ਲਿਖੀ ਗਈ ਹੈ, ਸਾਰਾ ਗ੍ਰੰਥ ਲਿਖਿਆ ਗਿਆ ਹੈ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਲਿਖ ਕੇ ਐਨ ਸਾਰਾ ਗ੍ਰੰਥ ਸੰਪੂਰਨ ਹੋਇਆ, ਜਿਸ ਦਿਨ ਉਸ ਦਿਨ ਨੂੰ ਫਿਰ ਸਿੱਖ ਸਮਾਜ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਹਾੜਾ ਇਸ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ। ਇਦੋਂ ਬਾਅਦ ਤੀਜਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ ਦਿਹਾੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ। ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਜਦੋਂ ਹਜੂਰ ਸਾਹਿਬ ਵਿਖੇ ਨੰਦੇੜ ਦੀ ਅਬਚਲ ਨਗਰ ਦੀ ਧਰਤੀ 'ਤੇ ਸਰੀਰ ਰੂਪੀ ਚੋਲਾ ਛੱਡਣਾ ਸੀ, ਉਦੋਂ ਪਹਿਲਾਂ ਮਹਾਰਾਜ ਨੇ ਸਾਰੀਆਂ ਸਿੱਖ ਸੰਗਤਾਂ ਸੇਵਕਾਂ ਨੂੰ ਉੱਥੇ ਇਕੱਠਿਆਂ ਕੀਤਾ। ਇਹ ਬਚਨ ਕੀਤਾ ਕਿ ਆਤਮਾ ਗ੍ਰੰਥ ਵਿੱਚ ਸਰੀਰ ਪੰਥ 'ਚ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਲੇ। ਮਹਾਰਾਜ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ
ਔਰ ਸਮੁੱਚੀ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਸ਼ਬਦ ਗੁਰੂ, ਗ੍ਰੰਥ ਗੁਰੂ ਦੇ ਲੜ ਲੱਗ ਕੇ ਚੱਲਣਾ ਹੈ, ਹੋਰ ਕੋਈ ਸਰੀਰਕ ਵਿਅਕਤੀ ਗੁਰੂ ਨਹੀਂ ਹੋਵੇਗਾ। ਸੋ ਉਹ ਜਿਸ ਦਿਨ 1708 ਦੇ ਅਕਤੂਬਰ ਮਹੀਨੇ 'ਚ ਮਹਾਰਾਜ ਨੇ ਦਸਮ ਪਾਤਸ਼ਾਹ ਜੀ ਨੇ ਅੱਗੇ ਪੰਥ ਨੂੰ ਗ੍ਰੰਥ ਗੁਰੂ ਦੇ ਨਾਲ ਜੋੜਿਆ, ਗ੍ਰੰਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੀ ਦਾਤ ਬਖਸ਼ੀ, ਉਹ ਫਿਰ ਉਸ ਦਿਨ ਨੂੰ ਸਮੁੱਚੇ ਸਿੱਖ ਜਗਤ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਹਾੜਾ ਕਹਿ ਕੇ ਉਹ ਦਿਨ ਮਨਾਏ ਜਾਂਦੇ ਹਨ। ਇਹ 3 ਦਿਹਾੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹਨ, ਜਿਹੜੇ ਆਪਾਂ ਮਨਾਉਂਦੇ ਹਾਂ। ਬਾਕੀ ਗੁਰੂ ਸਾਹਿਬਾਨਾਂ ਦੇ ਵੀ ਦਿਨ 3 ਦਿਹਾੜੇ ਹਨ। ਕੇਵਲ ਗੁਰੂ ਨਾਨਕ ਸਾਹਿਬ ਹਨ ਜਿਨ੍ਹਾਂ ਦੇ 2 ਦਿਹਾੜੇ ਮਨਾਏ ਜਾਂਦੇ ਹਨ। ਇੱਕ ਉਹਨਾਂ ਦਾ ਪ੍ਰਕਾਸ਼ ਦਿਹਾੜਾ, ਇੱਕ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ। ਉਹਨਾਂ ਦਾ ਗੁਰਤਾ ਗੱਦੀ ਦਿਹਾੜਾ ਨਹੀਂ ਮਨਾਉਂਦੇ, ਕਿਉਂਕਿ ਉਹ ਤੇ ਧੁਰ ਦਰਗਾਹ ਤੋਂ ਰੱਬੀ ਗਿਆਨ ਲੈ ਕੇ ਸੰਸਾਰ ਅੰਦਰ ਪ੍ਰਗਟ ਹੋਏ ਹਨ। ਬਾਕੀ 9 ਗੁਰੂ ਸਾਹਿਬਾਨ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਨਾਂ ਦੇ 3-3 ਦਿਹਾੜੇ ਹਨ। ਪ੍ਰਕਾਸ਼ ਦਿਹਾੜਾ, ਗੁਰਤਾ ਗੱਦੀ ਦਿਹਾੜਾ ਤੇ ਜੋਤੀ ਜੋਤ ਸਮਾਉਣ ਦਾ ਜਾਂ ਸ਼ਹਾਦਤ ਦਾ ਦਿਨ, 3-3 ਦਿਹਾੜੇ। ਤੇ 3 ਦਿਹਾੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹਨ। ਪ੍ਰਕਾਸ਼ ਦਿਹਾੜਾ, ਸੰਪੂਰਨਤਾ ਦਿਹਾੜਾ ਔਰ ਗੁਰਗੱਦੀ ਦਿਹਾੜਾ। ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਿਉਂਕਿ ਜੁਗੋ ਜੁਗ ਅਟਲ ਹਨ, ਸੋ ਜੋਤੀ ਜੋਤ ਸ਼ਹਾਦਤ ਵਾਲਾ ਕੋਈ ਦਿਨ ਇੱਦਾਂ ਦਾ ਨਹੀਂ ਬਣ ਸਕਦਾ। ਖੈਰ, ਅੱਜ ਦੇ ਦਿਨ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਪ੍ਰਕਾਸ਼ ਹੋਇਆ। ਸਭ ਤੋਂ ਪਹਿਲਾਂ ਇਹ ਜਿਹੜੀ ਬਾਣੀ ਹੈ ਕਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚੀ, ਜੋ ਸਾਨੂੰ ਇਤਿਹਾਸਕ ਸਰੋਤਾਂ ਤੋਂ ਪਤਾ ਲੱਗਦਾ ਹੈ ਜਾਂ ਵਿਦਵਾਨਾਂ ਨੇ ਜਿਸ ਤਰ੍ਹਾਂ ਦੀ ਰਾਏ ਸਿੱਖ ਸਮਾਜ ਸਾਹਮਣੇ ਰੱਖੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਉਚਾਰਨ ਕਰਦੇ ਹਨ, ਤੇ ਜਿੰਨੀ ਬਾਣੀ ਉਹ ਉਚਾਰਦੇ ਹਨ ਓਨੀ ਬਾਣੀ ਉਹ ਲਿਖਦੇ ਵੀ ਹਨ ਨਾਲ ਦੀ ਨਾਲ। ਵੈਸੇ ਵੀ ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਲਿਖੈ ਬਾਝੋਂ ਸੁਰਤ ਨਾਹੀ, ਬੋਲ ਬੋਲ ਗਵਾਈ ਹੈ। ਬੋਲਿਆ ਤੇ ਅੱਜ, ਬੋਲਿਆ ਕੱਲ ਨੂੰ ਵਿਸਰ ਗਿਆ, ਪਰ ਜਿਹੜਾ ਲਿਖਿਆ ਗਿਆ ਉਹ ਫਿਰ ਪੱਕਾ ਰਿਕਾਰਡ ਬਣਦਾ ਹੈ। ਮਹਾਰਾਜ ਨੇ ਜਿੰਨੀ ਬਾਣੀ ਲਿਖੀ, ਉਚਾਰਨ ਕੀਤੀ, ਉਹ ਬਾਣੀ ਸਤਿਗੁਰਾਂ ਨੇ ਲਿਖੀ। ਇੱਦਾਂ ਗੁਰੂ ਨਾਨਕ ਮਹਾਰਾਜ ਜੀ ਦੀ ਉਚਾਰਨ ਕੀਤੀ ਬਾਣੀ ਤੇ ਉਹਨਾਂ ਨੇ ਲਿਖੀ ਤੇ ਉਹਨਾਂ ਦੇ ਕੋਲ ਰਹੀ। ਉਹਦੇ ਤੋਂ ਬਿਨਾਂ ਉਦਾਸੀਆਂ ਸਮੇਂ ਗੁਰੂ ਨਾਨਕ ਮਹਾਰਾਜ ਦੇਸਾਂ ਪ੍ਰਦੇਸਾਂ 'ਚ ਵਿਚਰੇ ਹਨ, ਤੇ ਉਹ ਉਦਾਸੀਆਂ ਦੇ ਸਮੇਂ 'ਚ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 15 ਭਗਤ ਸਹਿਬਾਨਾਂ ਦੀ ਬਾਣੀ ਵੀ ਇਕੱਤਰ ਕੀਤੀ ਹੈ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਔਰ ਉਹ ਭਗਤ ਕਬੀਰ ਸਾਹਿਬ, ਰਵਿਦਾਸ ਸਾਹਿਬ, ਨਾਮਦੇਵ ਜੀ, ਰਾਮਾਨੰਦ, ਪਰਮਾਨੰਦ, ਭਗਤ ਪੀਪਾ, ਭਗਤ ਧੰਨਾ, ਭਗਤ ਜੈਦੇਵ, ਭਗਤ ਸਦਨਾ ਜੀ, ਭੀਖਣ ਜੀ, ਬਾਬਾ ਫਰੀਦ ਜੀ, ਭਗਤ ਤਰਲੋਚਨ ਜੀ, ਇਹ ਸਾਰੇ ਭਗਤਾਂ ਦੀ ਬਾਣੀ ਉਦਾਸੀਆਂ ਸਮੇਂ ਗੁਰੂ ਨਾਨਕ ਸਾਹਿਬ ਇਹਨਾਂ ਦੇ ਅਸਥਾਨਾਂ 'ਤੇ ਗਏ। ਕੁਝ ਭਗਤ ਸਰੀਰਕ ਰੂਪ ਦੇ ਵਿੱਚ ਮੌਜੂਦ ਸਨ, ਕੁਝ ਪਹਿਲਾਂ ਸਮਾ ਚੁੱਕੇ ਸਨ, ਉਹਨਾਂ ਦੀ ਜਗ੍ਹਾ 'ਤੇ ਹੋਰ ਉਹਨਾਂ ਦੇ ਉੱਤਰਾ ਅਧਿਕਾਰੀ ਮੌਜੂਦ ਸਨ। ਉਹਨਾਂ ਕੋਲੋਂ ਮਹਾਰਾਜ ਨੇ ਬਾਣੀ ਪ੍ਰਾਪਤ ਕੀਤੀ, ਜਿਵੇਂ ਧੰਨ ਬਾਬਾ ਫਰੀਦ ਸਾਹਿਬ, ਕਿਉਂਕਿ ਉਹ ਤੇ ਕਰੀਬਨ 11ਵੀਂ ਸਦੀ 'ਚ ਹੋਏ ਨੇ। ਉਹਨਾਂ ਤੋਂ ਬਾਅਦ ਉਹਨਾਂ ਦੀ ਗੱਦੀ 'ਤੇ 11ਵੀਂ ਥਾਂ 'ਤੇ ਸ਼ੇਖ ਬ੍ਰਹਮ ਸਨ ਪਾਕਪਟਨ ਵਿਖੇ, ਜੋ ਬਾਬਾ ਫਰੀਦ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਸਨ। ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਹੋਈ ਤੇ ਸ਼ੇਖ ਬ੍ਰਹਮ ਜੀ ਕੋਲੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਫਰੀਦ ਸਾਹਿਬ ਦੀ ਪਾਵਨ ਬਾਣੀ ਪ੍ਰਾਪਤ ਕੀਤੀ। ਇੱਦਾਂ ਫਿਰ ਇਹ ਸਾਰਾ ਬਾਣੀ ਦਾ ਖਜ਼ਾਨਾ, ਬਾਣੀ ਦੀਆਂ ਪੋਥੀਆਂ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਮੌਜੂਦ ਹਨ। ਇਹਦੀ ਗਵਾਹੀ ਵੀ ਮਿਲਦੀ ਹੈ। ਭਾਈ ਗੁਰਦਾਸ ਸਾਹਿਬ ਉਸ ਵੇਲੇ ਦਾ ਜ਼ਿਕਰ ਕਰਦੇ ਨੇ ਜਦੋਂ ਮਹਾਰਾਜ ਮੱਕੇ ਗਏ ਸਨ, ਤੇ ਅਕਸਰ ਆਪਾਂ ਉਹ ਵਿਚਾਰ ਕਰਦੇ ਹਾਂ ਕਿ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਹੁਣ ਉਹ ਕਿਹੜੀ ਕਿਤਾਬ ਨੂੰ ਖੋਲ ਕੇ ਉਹਨਾਂ ਨੇ ਪੁੱਛਿਆ ਸੀ ਕਿ ਇਸ ਕਿਤਾਬ ਦੇ ਆਧਾਰ 'ਤੇ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ? ਉਹ ਬਾਣੀ ਦੀ ਪੋਥੀ ਸੀ ਗੁਰੂ ਨਾਨਕ ਸਾਹਿਬ ਦੇ ਕੋਲ।
ਇੱਕ ਜਗ੍ਹਾ ਭਾਈ ਗੁਰਦਾਸ ਸਾਹਿਬ ਨੇ ਹੋਰ ਗਵਾਹੀ ਭਰੀ ਹੈ ਕਿ ਆਸਾ ਹੱਥ, ਆਸਾ ਦਾ ਭਾਵ ਹੈ ਡੰਡਾ, ਕਿਉਂਕਿ ਉੱਚੀਆਂ ਨੀਵੀਆਂ ਰਾਹਾਂ 'ਚੋਂ ਰਾਤ ਦਿਨੇ ਚੱਲਣਾ ਪੈਂਦਾ ਸੀ, ਸੋ ਮਹਾਰਾਜ ਹੱਥ 'ਚ ਡੰਡਾ ਰੱਖਦੇ ਸਨ। ਆਸਾ ਹੱਥ, ਕਿਤਾਬ ਕੱਛ, ਕੂਜਾ ਬਾਗ ਮੁਸੱਲਾ ਧਾਰੀ। ਕਿਤਾਬ ਦਾ ਭਾਵ ਹੈ ਬਾਣੀ ਵਾਲੀ ਪੋਥੀ। ਸੋ ਗੁਰੂ ਨਾਨਕ ਮਹਾਰਾਜ ਜੀ ਦੀ ਆਪਣੀ ਬਾਣੀ ਤੇ ਭਗਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ। ਉਹਨਾਂ ਨੇ ਫਿਰ ਜਦੋਂ ਅੱਗੇ ਗੁਰਗੱਦੀ ਦੀ ਦਾਤ ਗੁਰੂ ਅੰਗਦ ਸਾਹਿਬ ਨੂੰ ਬਖਸ਼ੀ ਹੈ ਤੇ ਉਹ ਬਾਣੀ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਗਿਆ। ਇਹਦੀ ਵੀ ਗਵਾਹੀ ਸਾਨੂੰ ਪੁਰਾਤਨ ਇਤਿਹਾਸਕ ਗ੍ਰੰਥਾਂ 'ਚੋਂ ਮਿਲਦੀ ਹੈ ਕਿ ਤਿਤ ਮਹਿਲ ਜੋ ਸ਼ਬਦ ਹੋਆ, ਸੋ ਪੋਥੀ ਗੁਰ ਅੰਗਦ ਜੋਗ ਮਿਲੀ। ਕਿ ਜੋ ਬਾਣੀ ਦਾ ਖਜ਼ਾਨਾ, ਬਾਣੀ ਦੀਆਂ ਪੋਥੀਆਂ, ਬਾਣੀ ਪਹਿਲੇ ਮਹਿਲ ਗੁਰੂ ਨਾਨਕ ਸਾਹਿਬ ਦੇ ਕੋਲ ਸੀ, ਉਹ ਬਾਣੀ ਦਾ ਖਜ਼ਾਨਾ ਅੱਗੇ ਗੁਰੂ ਅੰਗਦ ਸਾਹਿਬ ਨੂੰ ਪ੍ਰਾਪਤ ਹੋਇਆ। ਇੱਦਾਂ ਫਿਰ ਸਟੈਪ ਬਾਈ ਸਟੈਪ ਅੱਗੇ ਤੋਂ ਅੱਗੇ ਇਹ ਬਾਣੀ ਚੱਲਦੀ ਰਹੀ ਤੇ ਬਾਣੀ ਦੀਆਂ ਵੱਖਰੀਆਂ ਵੱਖਰੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚੀਆਂ। ਬਾਣੀ ਉਹਨਾਂ ਦੇ ਕੋਲ ਮੌਜੂਦ ਸੀ, ਪਰ ਬਾਣੀ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਨਹੀਂ ਸੀ, ਬਾਣੀ ਵਿਸ਼ੇਸ਼ ਤਰਤੀਬ ਦੇ ਰੂਪ ਦੇ ਵਿੱਚ ਨਹੀਂ ਸੀ। ਹੋ ਸਕਦਾ ਪੰਜਾਂ ਹੀ ਗੁਰੂਆਂ ਦੀਆਂ ਪੰਜ ਵੱਖਰੀਆਂ ਵੱਖਰੀਆਂ ਪੋਥੀਆਂ ਹੋਣ, ਭਗਤਾਂ ਦੀ ਬਾਣੀ ਦੀਆਂ ਵੱਖਰੀਆਂ ਵੱਖਰੀਆਂ ਪੋਥੀਆਂ ਹੋਣ। ਇੱਦਾਂ ਫਿਰ ਵੱਖਰੇ ਵੱਖਰੇ ਸਰੋਤਾਂ ਦੇ ਵਿੱਚ ਉਹ ਬਾਣੀ ਸੀ। ਹੁਣ ਵੈਸੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਚੀਜ਼ ਸ਼ੁਰੂ ਹੋ ਗਈ ਕਿ ਗੁਰੂ ਘਰ ਦੇ ਕੁਝ ਦੋਖੀ ਲੋਕ ਗੁਰੂ ਕੀ ਬਾਣੀ ਵਰਗੀ ਕੱਚੀ ਬਾਣੀ, ਕੱਚੀਆਂ ਕਵਿਤਾਵਾਂ ਉਹਨਾਂ ਨੇ ਉਚਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਹਦਾ ਫਿਰ ਸਿੱਖ ਸੰਗਤ ਨੂੰ ਬੜਾ ਭੁਲੇਖਾ ਪੈਂਦਾ ਸੀ ਕਿ ਅਸਲੀ ਗੁਰੂ ਦੀ ਬਾਣੀ ਕਿਹੜੀ ਹੈ ਤੇ ਇਹ ਬਾਹਰੀ ਲੋਕਾਂ ਦੀਆਂ ਕਵਿਤਾਵਾਂ ਕਿਹੜੀਆਂ ਨੇ, ਕਿਉਂਕਿ ਉਹ ਵੀ ਗੁਰੂ ਸਾਹਿਬ ਵਾਲਾ ਨਾਮ ਬਾਣੀ ਦੇ ਵਿੱਚ ਆਪਣੀਆਂ ਕਵਿਤਾਵਾਂ 'ਚ ਵਰਤ ਲੈਂਦੇ ਸਨ ਨਾਨਕ, ਤੇ ਸੰਗਤ ਨੂੰ ਭੁਲੇਖਾ ਪੈਂਦਾ ਸੀ। ਪਹਿਲੀ ਗੱਲ ਤੇ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਦੂਜੇ ਨੰਬਰ ਤੇ ਉਹਨਾਂ ਨੇ ਸਮਝਾਇਆ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਤੇ ਇਹ ਕੱਚੀ ਬਾਣੀ ਕਹਿੰਦੇ ਕੌਣ ਹਨ? ਮਹਾਰਾਜ ਕਹਿੰਦੇ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭਏ ਰਵਾਣੀ। ਜਿਨ੍ਹਾਂ ਦਾ ਚਿੱਤ ਮਾਇਆ ਨੇ ਹਿਰਿਆ ਪਿਆ ਹੈ, ਉਹ ਇੱਦਾਂ ਦੇ ਊਟ ਪਟਾਂਗ ਬੋਲ ਬੋਲਦੇ ਨੇ। ਗੁਰੂ ਕਿਉਂ ਸਿੱਖੋ, ਤੁਸੀਂ ਕੱਚੀ ਦੇ ਨਾਲ ਨਹੀਂ ਸੱਚੀ ਬਾਣੀ ਦੇ ਨਾਲ ਜੁੜਨਾ ਹੈ। ਗੁਰੂ ਅਮਰਦਾਸ ਸਾਹਿਬ ਨੇ ਆਪ ਵੀ ਇਹਦਾ ਪ੍ਰਚਾਰ ਕੀਤਾ ਤੇ ਜਿਹੜੇ ਗੁਰੂ ਘਰ ਦੇ ਪ੍ਰਚਾਰਕ ਸਿੱਖ ਸਨ, ਉਹ ਵੀ ਸੰਗਤ ਦੇ ਵਿੱਚ ਪ੍ਰਸਾਰ ਤੇ ਪ੍ਰਚਾਰ ਕਰਦੇ ਸਨ ਸੱਚੀ ਬਾਣੀ ਦਾ। ਤੇ ਮਹਾਰਾਜ ਦੇ ਸਿੱਖਾਂ ਦੇ ਵਿੱਚੋਂ ਹੀ ਇੱਕ ਸਿੱਖ ਸੀ ਭਾਈ ਪਾਰੋ ਜੁਲਕਾ ਜੀ, ਬੜੀ ਤਤ ਬਿਰਤੀ ਵਾਲੇ, ਸਿਧਾਂਤਾਂ ਦੇ ਬੜੇ ਜਾਣਕਾਰ ਤੇ ਬੜੇ ਪਾਰਖੂ ਸਨ ਭਾਈ ਪਾਰੋ ਜੀ। ਇੱਥੋਂ ਤੱਕ ਕਿ ਉਹਨਾਂ ਨੇ ਪ੍ਰਚਾਰ ਪ੍ਰਸਾਰ ਤਾਂ ਸੰਗਤ ਦੇ ਵਿੱਚ ਕੀਤਾ, ਪ੍ਰਚਾਰ ਪ੍ਰਸਾਰ ਕਰਨ ਵਾਲੇ 72 ਪ੍ਰਚਾਰਕ ਭਾਈ ਪਾਰੋ ਜੀ ਨੇ ਕੱਲਿਆਂ ਤਿਆਰ ਕੀਤੇ ਨੇ। ਡੱਲੇ ਪਿੰਡ ਦੇ 72 ਪ੍ਰਚਾਰਕ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਸੰਗਤ ਦੇ ਸਾਹਮਣੇ ਗੁਰਮਤ ਤੇ ਮਨਮਤ ਦਾ ਨਖੇੜਾ ਕਰਕੇ ਦੱਸਿਆ ਕਰਦੇ ਸਨ ਕਿ ਕਿਹੜੀਆਂ ਗੁਰੂ ਦੀ ਮੱਤ ਦੀਆਂ ਗੱਲਾਂ ਨੇ, ਕਿਹੜੀਆਂ ਮਨਮਤ ਦੀਆਂ ਗੱਲਾਂ ਨੇ, ਕਿਹੜੀ ਸੱਚੀ ਬਾਣੀ ਹੈ, ਕਿਹੜੀ ਕੱਚੀ ਬਾਣੀ। ਕਿਉਂਕਿ ਅੱਜ ਵੀ ਵੇਖੋ ਬੜੇ ਐਸੇ ਬੋਲ ਕਵਿਤਾਵਾਂ ਪ੍ਰਚਲਿਤ ਨੇ, ਆਮ ਸੰਗਤ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਬਾਣੀ ਦਾ ਸ਼ਬਦ ਹੈ ਕਿ ਕੋਈ ਕੱਚੀ ਕਵਿਤਾ ਹੈ। ਜਿਵੇਂ ਇੱਕ ਵਿਆਹਾਂ ਦੇ ਕਾਰਡਾਂ 'ਤੇ ਪੰਕਤੀ ਲਿਖੀ ਹੁੰਦੀ ਆ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ। ਹੁਣ ਕਈ ਲੋਕ ਸਮਝਦੇ ਨੇ ਸ਼ਾਇਦ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਪਰ ਇਹ ਗੁਰੂ ਕੀ ਬਾਣੀ ਦੇ ਬੋਲ ਨਹੀਂ ਹਨ। ਇੱਕ ਬਚਨ ਆਪਾਂ ਹੋਰ ਪੜ੍ਹਦੇ ਹਾਂ, ਨਾਨਕ ਨੀਵਾਂ ਜੋ ਚੱਲੈ ਲੱਗੈ ਨਾ ਤੱਤੀ ਵਾਓ। ਇਹਦੇ 'ਚ ਨਾਨਕ ਸ਼ਬਦ ਵਰਤਿਆ ਗਿਆ ਹੈ, ਪਰ ਇਹ ਬਾਣੀ ਦਾ ਸ਼ਬਦ ਨਹੀਂ ਹੈ। ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਦੀ ਕੋਈ ਪੰਕਤੀ ਨਹੀਂ ਹੈ। ਜਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹਿ ਦਿਨ ਰਾਤ। ਹੁਣ ਆਮ ਸੰਗਤ ਸਮਝਦੀ ਸ਼ਾਇਦ ਇਹ ਵੀ ਗੁਰਬਾਣੀ ਦਾ ਸ਼ਬਦ ਹੈ, ਪਰ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ ਹੈ, ਬਾਹਰੋਂ ਹੀ ਲਿਖੀ ਹੋਈ ਕਵਿਤਾ ਹੈ। ਸੋ ਭਾਈ ਪਾਰੋ ਜੁਲਕਾ ਸੰਗਤ ਦੇ ਸਾਹਮਣੇ ਨਿਰਣਾ ਕਰਕੇ ਦੱਸਿਆ ਕਰਦੇ ਸਨ ਕਿ ਕਿਹੜੀ ਗੁਰਬਾਣੀ ਹੈ, ਸੱਚੀ ਬਾਣੀ ਹੈ, ਕਿਹੜੀ ਕੱਚੀ ਬਾਣੀ ਤੇ ਕੱਚੀ ਕਵਿਤਾ ਹੈ। ਤੇ ਗੁਰੂ ਅਮਰਦਾਸ ਸਾਹਿਬ ਇੰਨੇ ਪ੍ਰਭਾਵਿਤ ਇਸ ਗੁਰੂ ਕੇ ਸਿੱਖ ਤੋਂ
महाराज कहन लगे तू साडा परमहंस है, परमहंस। क्योंकि जिहड़ा हंस हुंदा है ਉਹਦੇ अंदर कुदरत ने एक खूबी ਉਹਨੂੰ ਦਿੱਤੀ ਆ ਕਾਦਰ ने कि ਉਹ ਦੁੱਧ ਤੇ ਪਾਣੀ ਨੂੰ ਨਖੇੜ ਕੇ ਤੇ ਪਾਣੀ ਨੂੰ ਛੱਡ ਕੇ ਦੁੱਧ ਨੂੰ ਗ੍ਰਹਿਣ ਕਰਦਾ ਹੈ। महाराज कहन लगे साडा सिख परमहंस है जिहड़ा गुरमत ते मनमत नूं कच्ची ते सच्ची बाणी नूं नखेड़ के मनमत नूं छड्ड गुरमत दा कच्ची बाणी नूं छड्ड के सच्ची बाणी दा धारनी बनदा ते बनाउंदा है। ये साडा सिख हंस नहीं परमहंस है। कहण तो मुराद के गुरु अमरदास साहब दे समय तो इदां दे काम शुरू हो गए सन कि जदों बाणी दी रीस करके दूजियां कवितावां लोक उचारदे सन। धन गुरु रामदास साहब दे समय भी ये काम जारी रहा ते गुरु रामदास साहब ने एक ते संगत नूं ये उपदेश दिता कि बाणी गुरु गुरु है बाणी विच बाणी अमृत सारे गुर बाणी कह सेवक जन मानै प्रतख गुरु निस्तारे। दूजे नंबर ते उन्हां ने उपदेश देंदियां ये बचन भी कहे कि सतगुर की बाणी सत स्वरूप है गुरबाणी बनी है। जिहड़ी गुरु की बाणी है सत स्वरूप है ते सिख ने बाणी वर्गा बनना। सिख दे जीवन की मंजिल जे गुरबाणी जिद्दां संसार गुरबाणी तो सेध लैंदा है सिख दा जीवन भी इदां दा बाणी वर्गा बने। दुनिया गुरु के सिख दे जीवन तो भी सेध ले। सतगुर की बाणी सत स्वरूप है गुरबाणी बनी है। सतगुर की रीस है होर कच पिच बोलदे से कुड़ियार कूड़ी झड़ पड़ी है। महाराज कहंदे गुरु दी रीसे बड़े कच्चे पिछे बोलते हैं। उदों भी बोलते सन अज भी बोलते जी। उदों भी कईयां ने अपने ग्रंथ ते अपनियां कवितावां लिखियां अज भी इदां दे अनेकां जिन्हां ने गुरु ग्रंथ साहब दे नाल शरीकेबाजी करन दी कोशिश कीती, अपने ग्रंथ लिखण दी कोशिश कीती, पर कूड़ निखुट्टा नानका ओड़क सच रही। कोई दुनिया दा ग्रंथ गुरु ग्रंथ दी बराबरी नहीं जे कर सकदा। ग्रंथ बड़े दुनिया ते होणगे पर गुरु ग्रंथ केवल इक्को ही है। बाहर दी नॉलेज संसार दे लोगां नूं बड़ियां ग्रंथां तो प्राप्त हो सकती है, पर जे कोई सतगुर खोटियों खरे करे दी कला है वो केवल गुरु ग्रंथ अंदर है, जिहड़े पशुआं नूं भी देवता बनाउण दी ताकत रखदे ने। गुरु रामदास साहब ने कहा सतगुर की रीसै होर कच पिच बोलदे से कुड़ियार कूड़ी झड़ पड़ी है। सो गुरु रामदास साहब दे समय भी सच्ची बाणी धुर की बाणी गुरु दे नाल जुड़न दे लई कहा गया। समा आया गुरु अर्जन देव जी दा। ये समा बड़ा बिखम समा रहा है, क्योंकि प्रीथी चंद घर च बगावत उन्हें कीती। गुरु रामदास साहब दे नाल भी बड़े झगड़े बखेड़े कीते ते गुरु अर्जन साहब दे नाल ते अत दर्जे दी शरीकेबाजी करदा रहा प्रीथिया। अगों उहदा पुत्र मेहरवान भी घट नहीं है। मेहरवान ने अपनियां कवितावां रचनियां शुरू कर दित्तियां, जिहदे च गुरु साहब धन गुरु नानक महाराज दा नाम लिखदा है ते संगत दे विच फिर उही भुलेखे खड़े होने शुरू हो गए। उदों फिर गुरु अर्जन देव महाराज ने भाई गुरदास साहब ते बाबा बुढ़ा साहब दे नाल रल के ये निर्णय किया कि एक ते इस बाणी नूं संभालना एकत्र करना जरूरी है। दूजे नंबर ते इस बाणी ने क्योंकि रहिंदी दुनिया तक मनुखता नूं अगवाई देनी है, इस करके इस बाणी दे लई उचेचा प्रबंध करना पवेगा, उपराला करके ग्रंथ तैयार करना पवेगा। वो फिर महाराज सच्चे पातशाह जी ने सेवा लाई भाई गुरदास साहब दी। हालांकि बाणी महाराज जी दे कोल भी मौजूद सी, फिर भी सतगुरां ने वख-वख पासे हुक्मनामे लिख के भेजे कि जे किसी कोल बाणी दा कोई शब्द है वो साडे तक पहुँचदा करो, असी निर्णय करांगे किहड़ी कच्ची किहड़ी सच्ची बाणी है, ते सच्ची बाणी नूं ग्रंथ साहब विखे लिखवाया जाएगा, अंकित किया जाएगा। भाई गुरदास साहब ने बाणी लिखनी शुरू कर दी। हुण गुरु साहबानां दे नाल भगतां दी बाणी भी लिखी जा रही सी, जिस करके लाहौर तो भी 4 भगत अखवाउण वाले व्यक्ति महाराज दे कोल पहुँचे। कान्हा, पीलू, छज्जू ते शाह हुसैन
ਜੀ ਸਾਡੀਆਂ ਵੀ ਕਵਿਤਾਵਾਂ ਤੁਸੀਂ ਇਸ ਗ੍ਰੰਥ ਦੇ ਵਿੱਚ ਲਿਖੋ। ਮਹਾਰਾਜ ਕਹਿਣ ਲੱਗੇ ਵੇਖੋ, ਕਿਉਂਕਿ ਜਿਨ੍ਹਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਦੋ ਗੱਲਾਂ ਨੇ, ਇੱਕ ਤੇ ਬਾਣੀ ਲਿਖਣ ਵਾਲੇ ਦਾ ਜੀਵਨ ਤੇ ਇੱਕ ਉਹਦੇ ਵੱਲੋਂ ਉਚਾਰਨ ਕੀਤੇ ਹੋਏ ਬੋਲ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਦੀ ਬਾਣੀ ਦੀ ਇੱਕ ਕਸਵੱਟੀ ਹੈ, ਇੱਕ ਸਿਧਾਂਤ ਹੈ, ਤੇ ਤੁਸੀਂ ਆਪਣੀਆਂ ਕਵਿਤਾਵਾਂ ਬਾਣੀ ਆਪਣੀ ਸੁਣਾਵੋ। ਜੇ ਗੁਰੂ ਨਾਨਕ ਦੀ ਕਸਵੱਟੀ ਤੇ ਤੁਹਾਡੀ ਬਾਣੀ ਪੂਰੀ ਉਤਰਦੀ ਹੋਏਗੀ ਕਵਿਤਾਵਾਂ, ਉਸ ਬਾਣੀ ਨੂੰ ਅਸੀਂ ਇਸ ਗ੍ਰੰਥ ਦੇ ਵਿੱਚ ਲਿਖਾਂਗੇ। ਜੇ ਗੁਰੂ ਨਾਨਕ ਦੇ ਸਿਧਾਂਤ ਦੇ ਨਾਲ ਤਾਲਮੇਲ ਨਾ ਬਣਦਾ ਹੋਇਆ ਤੇ ਫਿਰ ਅਸੀਂ ਮਜਬੂਰ ਹਾਂ, ਕਿਉਂਕਿ ਸਿੱਖੀ ਅੰਦਰ ਸਿਧਾਂਤ ਸਭ ਤੋਂ ਉੱਪਰ ਹੈ। ਉਹ ਫਿਰ ਇਤਿਹਾਸ ਕਹਿੰਦਾ ਕਿ ਵਾਰੀ-ਵਾਰੀ ਇਹਨਾਂ ਚਾਰਾਂ ਨੇ ਕਵਿਤਾਵਾਂ ਆਪਣੀਆਂ ਸੁਣਾਈਆਂ। ਕਿਸੇ ਦੀ ਕਵਿਤਾ 'ਚ ਇਸਤਰੀ ਜਾਤੀ ਦੀ ਨਿੰਦਿਆ ਕੀਤੀ ਗਈ, ਕਿਸੇ ਦੀ ਕਵਿਤਾ 'ਚ ਹੰਕਾਰ ਦੀ ਗੱਲ ਆਈ, ਕਿਸੇ ਨੇ ਆਪਣੀ ਕਵਿਤਾ ਦੇ ਰਾਹੀਂ ਮਨੁੱਖਾ ਜੀਵਨ ਨੂੰ ਨਿੰਦਿਆ, ਕਿਸੇ ਨੇ ਚੁੱਪ ਹੀ ਰਹਿਣ ਦੇ ਲਈ ਕਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡੀਆਂ ਕਵਿਤਾਵਾਂ ਗੁਰੂ ਨਾਨਕ ਦੇ ਸਿਧਾਂਤ ਤੇ ਪੂਰੀਆਂ ਨਹੀਂ ਉਤਰਦੀਆਂ, ਇਸ ਕਰਕੇ ਇਸ ਗ੍ਰੰਥ ਅੰਦਰ ਇਹ ਅਸੀਂ ਨਹੀਂ ਲਿਖ ਸਕਦੇ ਹਾਂ। ਕਿਉਂਕਿ ਧੁਰ ਕੀ ਬਾਣੀ ਦਾ ਵੇਖੋ ਇੱਕ ਸਟੈਂਡਰਡ ਹੈ ਗੁਰਬਾਣੀ ਦਾ, ਸਾਹਿਬ ਮੇਰਾ ਨੀਤ ਨਵਾਂ। ਹੁਣ ਜਪਜੀ ਸਾਹਿਬ ਦੀ ਬਾਣੀ ਆਪਾਂ ਗੁਰੂ ਨਾਨਕ ਮਹਾਰਾਜ ਜੀ ਦਾ 550 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਮਨਾਇਆ ਹੈ। ਜੇ ਆਪਾਂ ਇੱਦਾਂ ਮੰਨ ਲਈਏ ਕਿ 50 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਹ ਜਪਜੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਸੀ, ਫਿਰ ਵੀ ਇਹ ਬਾਣੀ ਉਚਾਰਨ ਕੀਤੀ ਨੂੰ 500 ਸਾਲ ਹੋ ਚੁੱਕੇ ਹਨ, 500 ਸਾਲ। ਤੇ ਗੁਰੂ ਕਾ ਸਿੱਖ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਪਤਾ ਨਹੀਂ ਆਪਾਂ ਜ਼ਿੰਦਗੀ 'ਚ ਕਿੰਨੀ ਵਾਰੀ ਕਰਦੇ ਹਾਂ। ਕਦੇ ਸਾਨੂੰ ਇਦਾਂ ਨਹੀਂ ਲੱਗਦਾ ਕਿ ਜਪਜੀ ਸਾਹਿਬ ਦਾ ਪਾਠ ਤੇ ਪੁਰਾਣਾ ਹੋ ਗਿਆ ਹੈ। ਹੁਣ ਬਾਹਰ ਗੀਤ ਗਾਣੇ ਬੜੇ ਚੱਲਦੇ ਨੇ, ਇੰਨੇ ਮਸ਼ਹੂਰ ਹੁੰਦੇ, ਘਰ ਘਰ ਹਰ ਜ਼ੁਬਾਨ ਤੇ ਉਹ ਗੀਤ ਚੱਲਦਾ ਹੈ, ਪਰ ਕੁਝ ਸਮੇਂ ਬਾਅਦ ਉਹੀ ਪੁਰਾਣਾ ਲੱਗਣ ਲੱਗ ਜਾਂਦਾ ਹੈ। ਪਰ ਕਦੇ ਜਪਜੀ ਸਾਹਿਬ ਸਾਨੂੰ ਪੁਰਾਣਾ ਨਹੀਂ ਲੱਗਦਾ ਹੈ। ਕਦੇ ਸੁਖਮਨੀ ਸਾਹਿਬ ਇੰਨੀ ਵਾਰ ਆਪਾਂ ਪੜ੍ਹਦੇ ਹਾਂ, ਕਦੇ ਲੱਗਿਆ ਕਿ ਸੁਖਮਨੀ ਸਾਹਿਬ ਦੀ ਬਾਣੀ ਤੇ ਹੁਣ ਪੁਰਾਣੀ ਹੋ ਗਈ, ਮੈਂ ਤੇ 50 ਵਾਰ 100 ਵਾਰ 500 ਵਾਰ ਪੜ੍ਹ ਲਈ, ਹੁਣ ਨਾ ਪੜ੍ਹਾਂ। ਉਹ ਬਾਣੀ ਦਾ ਇੱਕ ਐਸਾ ਅਧਿਆਤਮਕ ਰਸ ਹੈ, ਬਲਕਿ ਜਿੰਨੀ ਵਾਰੀ ਜ਼ਿਆਦਾ ਤੇ ਜਿੰਨੇ ਧਿਆਨ ਦੇ ਨਾਲ ਜ਼ਿਆਦਾ ਪੜਾਂਗੇ ਉਨਾ ਹੀ ਰਸ ਬਹੁਤਾ ਆਵੇਗਾ, ਪੁਰਾਣੀ ਨਹੀਂ ਲੱਗੇਗੀ। ਬਾਣੀ ਹਮੇਸ਼ਾ ਸਾਹਿਬ ਮੇਰਾ ਨੀਤ ਨਵਾਂ। ਸੋ ਬਾਣੀ ਦਾ ਇੱਕ ਸਟੈਂਡਰਡ ਹੈ ਤੇ ਉਹਨਾਂ ਦੀਆਂ ਕਵਿਤਾਵਾਂ ਦਾ ਕੋਈ ਸਟੈਂਡਰਡ ਨਹੀਂ ਸੀ। ਮਹਾਰਾਜ ਕਹਿਣ ਲੱਗੇ ਤੁਹਾਡੀਆਂ ਕਵਿਤਾਵਾਂ ਅਸੀਂ ਨਹੀਂ ਲਿਖ ਸਕਦੇ। ਕਾਨੇ ਵਰਗੇ ਨੇ ਕਈ ਧਮਕੀਆਂ ਵੀ ਦਿੱਤੀਆਂ, ਪਰ ਗੁਰੂ ਕਹਿਣ ਲੱਗੇ ਸਿਧਾਂਤ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਹੈ। ਖੈਰ, ਭਾਈ ਗੁਰਦਾਸ ਸਾਹਿਬ ਨੇ ਬੜੀ ਕਰੜੀ ਮਿਹਨਤ ਕੀਤੀ। ਭਾਈ ਬੰਨੋ ਜੀ ਨੇ ਨਾਲ ਸਾਥ ਉਹਨਾਂ ਦਾ ਦਿੱਤਾ, ਕਲਮਾਂ ਕਢਣੀਆਂ, ਸਿਆਹੀ ਤਿਆਰ ਕਰਨੀ, ਕਿਉਂਕਿ ਸਿਆਹੀ ਤਿਆਰ ਕਰਨ ਦਾ ਵੀ ਪੁਰਾਣੇ ਸਮੇਂ ਦੇ ਵਿੱਚ ਵਿਸ਼ੇਸ਼ ਤਰੀਕਾ ਸੀ। ਔਰ ਜਦੋਂ ਆਪਾਂ ਵੇਖੋ ਪੁਰਾਤਨ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰੀਏ ਨਾ, ਤੇ ਠੀਕ ਹੈ ਬਾਣੀ ਤੇ ਸਾਰੀ ਲਿਖੀ ਹੈ, ਪਰ ਬਿਲਕੁਲ ਅਖੀਰਲੇ ਪੰਨੇ ਤੇ ਲਿਖਾਰੀ ਵੱਲੋਂ ਸਿਆਹੀ ਤਿਆਰ ਕਰਨ ਦਾ ਤਰੀਕਾ ਵੀ ਲਿਖਿਆ ਮਿਲਦਾ ਹੈ। ਕਿਉਂਕਿ ਸਿਆਹੀ ਕਈ ਤਰੀਕਿਆਂ ਦੇ ਨਾਲ ਤਿਆਰ ਹੁੰਦੀ ਸੀ, ਤੇ ਜੋ ਸਿਆਹੀ ਦੇ ਵਿੱਚ ਚੀਜ਼ਾਂ ਪਾਈਆਂ ਜਾਂਦੀਆਂ ਸਨ, ਥੋੜ੍ਹੀ ਬਹੁਤੀ ਚੀਜ਼ ਵੱਧ ਘੱਟ ਪੈ ਗਈ ਤੇ ਫਿਰ ਰੰਗ ਗਾੜਾ ਜਾਂ ਫਿੱਕਾ ਹੋ ਜਾਂਦਾ। ਸੋ ਗ੍ਰੰਥ ਦੇ ਅਖੀਰ ਤੇ ਲਿਖਾਰੀਆਂ ਨੇ ਸਿਆਹੀ ਤਿਆਰ ਕਰਨ ਦਾ ਤਰੀਕਾ ਵੀ ਲਿਖਿਆ ਕਿ ਜੇ ਕੋਈ ਅੱਖਰ ਮਿਟਦਾ ਹੈ, ਕਿਸੇ ਤਰ੍ਹਾਂ ਕੋਈ ਪੰਕਤੀ ਮਿਟਦੀ ਹੈ, ਦੁਬਾਰਾ ਇਸ ਤਰੀਕੇ ਦੇ ਨਾਲ ਸਿਆਹੀ ਤਿਆਰ ਕਰਕੇ ਤੇ ਉਹ ਅੱਖਰ ਸ਼ਬਦ ਨੂੰ ਦੁਬਾਰਾ ਲਿਖ ਲਿਆ ਜਾਵੇ, ਤਾਂ ਕਿ ਜੋ ਲਿਖਾਈ ਦਾ ਰੰਗ ਹੈ, ਸਿਆਹੀ ਦਾ ਰੰਗ ਹੈ, ਉਹਦੇ 'ਚ ਫਰਕ ਨਾ ਪਵੇ। ਸੋ ਇਹ ਸਿਆਹੀ ਤਿਆਰ ਕਰਨ ਦਾ ਵੀ ਵਿਸ਼ੇਸ਼ ਤਰੀਕਾ ਹੁੰਦਾ ਸੀ। ਜਦੋਂ ਭਾਈ ਮਨੀ ਸਿੰਘ ਨੇ ਸਰੂਪ ਲਿਖਿਆ, ਉਦੋਂ ਬਾਬਾ ਦੀਪ ਸਿੰਘ ਸਿਆਹੀ ਤਿਆਰ ਕਰਦੇ ਸਨ ਦਮਦਮਾ ਸਾਹਿਬ, ਤੇ ਭਾਈ ਗੁਰਦਾਸ ਸਾਹਿਬ ਨੇ ਜਦੋਂ ਪਾਵਨ ਸਰੂਪ ਲਿਖਿਆ, ਭਾਈ ਬੰਨੋ ਸਿਆਹੀ ਤਿਆਰ ਕਰਨ ਦੀ ਸੇਵਾ ਕਰਦੇ ਸਨ। ਖੈਰ, ਕਰੜੀ ਮਿਹਨਤ ਘਾਲਣਾ ਤੋਂ ਬਾਅਦ ਪਾਵਨ ਗ੍ਰੰਥ ਤਿਆਰ ਹੋਇਆ। ਅੱਜ ਦੇ ਦਿਨ ਪ੍ਰਕਾਸ਼ ਹੋਇਆ ਸੀ। ਅੱਜ ਤੋਂ ਕਰੀਬਨ 15 ਦਿਨ ਪਹਿਲਾਂ ਪਾਵਨ ਗ੍ਰੰਥ ਦੀ ਲਿਖਾਈ ਦੀ ਸੇਵਾ ਭਾਈ ਗੁਰਦਾਸ ਸਾਹਿਬ ਨੇ ਨਿਪਟਾ ਲਈ। ਉਦੋਂ ਬਾਅਦ ਕਰੀਬਨ 15 ਦਿਨ ਲੱਗੇ ਉਸ ਪਹਿਲੇ ਪਾਵਨ ਗ੍ਰੰਥ ਦੀ ਜਿਲਦ ਆਦਿਕ ਬੰਨਣ ਦੇ ਵਿੱਚ। 15 ਦਿਨ ਜਿਲਦ ਬੰਨਣ 'ਚ ਲੱਗੇ।
ਜਿਲਦ ਬੰਨ੍ਹ ਦਿੱਤੀ ਗਈ, ਸਾਰੀ ਤਿਆਰੀ ਹੋ ਗਈ। ਫਿਰ ਅੱਜ ਤੋਂ ਇੱਕ ਰਾਤ ਪਹਿਲਾਂ ਕੱਲ੍ਹ ਸ਼ਾਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਰਾਮਸਰ ਵਿਖੇ ਹਨ। ਅਗਲੇ ਦਿਨ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਹੋਣਾ ਸੀ। ਸਮੁੱਚੀ ਤਿਆਰੀ ਕੀਤੀ ਗਈ ਤੇ ਰਾਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਰਣਾ ਕੀਤਾ ਕਿ ਇਸ ਪਾਵਨ ਗ੍ਰੰਥ ਦੀ ਸਮੁੱਚੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਨੂੰ ਬਖਸ਼ਣੀ ਹੈ। ਅੱਜ ਦੇ ਦਿਨ ਅੰਮ੍ਰਿਤ ਵੇਲੇ ਇਹ ਸਿੱਖ ਇਤਿਹਾਸ ਦਾ ਪਹਿਲਾ ਨਗਰ ਕੀਰਤਨ ਜਿਹੜਾ ਰਾਮਸਰ ਤੋਂ ਚੱਲ ਕੇ ਦਰਬਾਰ ਸਾਹਿਬ ਤੱਕ ਪਹੁੰਚਿਆ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਹਨ। ਅੱਜ ਵੀ ਜਦੋਂ ਉਹ ਨਗਰ ਕੀਰਤਨ ਨਿਕਲਦਾ ਹੈ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੈੱਡ ਗ੍ਰੰਥੀ ਉਹ ਆਪਣੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਕੇ ਤੇ ਫਿਰ ਦਰਬਾਰ ਸਾਹਿਬ ਤੱਕ ਜਾਂਦੇ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਪਾਵਨ ਗ੍ਰੰਥ ਗੁਰੂ ਅਰਜਨ ਦੇਵ ਮਹਾਰਾਜ ਚੌਰ ਸਾਹਿਬ ਦੀ ਸੇਵਾ ਕਰਦੇ ਨੇ। ਜੁੜੀਆਂ ਸੰਗਤਾਂ ਸ਼ਬਦ ਗਾਉਂਦਿਆਂ ਹੋਇਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਪਹੁੰਚੇ, ਜਿੱਥੇ ਪਹਿਲਾਂ ਸਮੁੱਚੀ ਤਿਆਰੀ ਸੀ। ਪੀੜਾ ਸਾਹਿਬ ਤੇ ਹੋਰ ਸਾਰੀ ਤਿਆਰੀ, ਰੁਮਾਲਾ ਸਾਹਿਬ ਦੀ ਤਿਆਰੀ ਸੀ। ਬਾਬਾ ਬੁੱਢਾ ਸਾਹਿਬ ਪਾਵਨ ਗ੍ਰੰਥ ਨੂੰ ਪੀੜਾ ਸਾਹਿਬ ਦੇ ਉੱਪਰ ਸੁਸ਼ੋਭਿਤ ਕਰਦੇ ਹਨ। ਫਿਰ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ, ਬੁੱਢਾ ਸਾਹਿਬ ਖੋਲੋ ਗ੍ਰੰਥ। ਪਹਿਲਾ ਪ੍ਰਕਾਸ਼, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਅੱਗੇ ਬਾਬਾ ਬੁੱਢਾ ਸਾਹਿਬ ਨੇ ਸੀਸ ਨਿਵਾਇਆ ਹੈ। ਜੇ ਅੱਜ ਦਾ ਦਿਨ ਪਾਵਨ ਗ੍ਰੰਥ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਤੇ ਅੱਜ ਦੇ ਦਿਨ ਹੀ ਗ੍ਰੰਥੀ ਦਾ ਪ੍ਰਕਾਸ਼ ਹੋਇਆ ਧੰਨ ਬਾਬਾ ਬੁੱਢਾ ਸਾਹਿਬ ਦੇ ਰੂਪ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਗਵਾਈ 'ਚ ਧੰਨ ਬਾਬਾ ਬੁੱਢਾ ਸਾਹਿਬ ਜੀ ਪਾਵਨ ਗ੍ਰੰਥ ਪ੍ਰਕਾਸ਼ਮਾਨ ਕਰਦੇ ਹਨ। ਤੇ ਸਾਡੇ ਇਤਿਹਾਸਕ ਗ੍ਰੰਥਾਂ 'ਚ ਲਿਖਿਆ ਹੈ, ਬੁੱਢਾ ਸਾਹਿਬ, ਵੇਖੋ ਕਿੰਨਾ ਸਤਿਕਾਰ ਮਹਾਰਾਜ ਦਿੰਦੇ ਹਨ। ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੇ ਸਭ ਪੰਥ। ਚੱਕ ਪੱਤਰੇ ਜਬ ਗ੍ਰੰਥ ਜੀ ਖੋਲਾ, ਬਾਬਾ ਬੁੱਢਾ ਸਾਹਿਬ ਬੋਲਾ। ਧੰਨ ਬਾਬਾ ਬੁੱਢਾ ਸਾਹਿਬ ਨੇ ਬੜੇ ਅਦਬ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਜਿਵੇਂ ਆਪਾਂ ਆਰੰਭ 'ਚ ਗੱਲ ਕੀਤੀ, ਪ੍ਰਕਾਸ਼ ਦਾ ਭਾਵ ਹੈ ਪਾਵਨ ਗ੍ਰੰਥ ਨੂੰ ਖੋਲ੍ਹਣਾ। ਤੇ ਜਦੋਂ ਆਪਾਂ ਪਾਵਨ ਗ੍ਰੰਥ ਨੂੰ ਸੰਕੋਚਦੇ ਹਾਂ ਫਿਰ ਆਪਾਂ ਕਹਿੰਦੇ ਹਾਂ ਸੁਖਾਸਨ। ਇਹ ਦੋ ਲਫ਼ਜ਼ ਗੁਰਮਤਿ ਦੇ ਹਨ। ਬਾਬਾ ਬੁੱਢਾ ਸਾਹਿਬ ਨੇ ਪਾਵਨ ਗ੍ਰੰਥ ਨੂੰ ਖੋਲ੍ਹਿਆ। ਪਹਿਲੀ ਵਾਰ ਉਸ ਦਿਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖੋਲ੍ਹਿਆ ਗਿਆ, ਪ੍ਰਕਾਸ਼ ਕੀਤਾ ਗਿਆ। ਫਿਰ ਬਾਬਾ ਬੁੱਢਾ ਸਾਹਿਬ ਮੁੱਖ ਵਾਕ ਲੈਂਦੇ ਹਨ ਤੇ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਹੈ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋ ਗਿਆ ਹਰਿਮੰਦਰ ਸਾਹਿਬ ਵਿਖੇ। ਇੱਕੋ ਹੀ ਪੀੜਾ ਹੈ, ਪਲੰਘ ਹੈ। ਗੁਰੂ ਅਰਜਨ ਸਾਹਿਬ ਨੇ ਆਪਣੇ ਲਈ ਕੋਈ ਵੱਖਰਾ ਸਿੰਘਾਸਨ ਨਹੀਂ ਲਵਾਇਆ, ਆਪ ਉਹ ਸੰਗਤ ਦੇ ਵਿੱਚ ਬੈਠੇ ਹਨ। ਫਿਰ ਉਹਨਾਂ ਨੇ ਸਾਰੀ ਸੰਗਤ ਨੂੰ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ ਬਚਨ ਕੀਤੇ। ਮਹਾਰਾਜ ਕਹਿਣ ਲੱਗੇ, ਮਮ ਆਗਿਆ ਸਭ ਹੀ ਸੁਣੋ, ਸਤ ਬਚਨ ਨਿਰਧਾਰ। ਗ੍ਰੰਥ ਗੁਰੂ ਸਮ ਮਾਨਿਓ, ਭੇਦ ਨਾ ਕਉ ਵਿਚਾਰ। ਐਵੇਂ ਨਾ ਸਮਝ ਲਿਓ ਕਿ ਸ਼ਾਇਦ ਇਹ ਕਿਤਾਬ ਹੈ, ਕੋਈ ਪੋਥੀ ਹੈ, ਕੋਈ ਵੈਸੇ ਹੀ ਪੁਸਤਕ ਹੈ। ਮਹਾਰਾਜ ਕਹਿਣ ਲੱਗੇ, ਮਮ ਆਗਿਆ ਸਭ ਹੀ ਸੁਣੋ, ਸਤ ਬਚਨ ਨਿਰਧਾਰ। ਗ੍ਰੰਥ ਗੁਰੂ ਸਮ ਮਾਨਿਓ, ਭੇਦ ਨਾ ਕੋ ਵਿਚਾਰ। ਇਹ ਗ੍ਰੰਥ ਨੂੰ ਗੁਰੂ ਸਮਝਣਾ ਹੈ। ਜਿਹੜੀ ਗੱਲ ਫਿਰ ਦਸਮ ਪਾਤਸ਼ਾਹ ਵੀ ਕਹੀ ਕਿ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਇੱਦਾਂ ਫਿਰ ਪਹਿਲੀ ਵਾਰ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਹੋਇਆ ਤੇ ਪਾਵਨ ਗ੍ਰੰਥ ਦੇ ਪ੍ਰਕਾਸ਼ ਦੇ ਲਈ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਹਰਿਮੰਦਰ ਤਿਆਰ ਕਰਵਾਇਆ ਹੈ। ਤੇ ਹੁਣ ਆਪਾਂ ਵੇਖੋ ਰੋਜ਼ਾਨਾ ਘਰਾਂ 'ਚ ਬੈਠੇ ਵੀ ਜਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਵੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ਮਾਨ ਉਹਨਾਂ ਦੇ ਦਰਸ਼ਨ ਦੀਦਾਰ ਕਰਦੇ ਹਾਂ।
ਪਰ ਜਦੋਂ ਆਪਾਂ ਇਤਿਹਾਸ ਨੂੰ ਪੜ੍ਹ ਕੇ ਵੇਖੀਏ ਨਾ, ਤੇ ਇਤਿਹਾਸ 'ਚੋਂ ਬਹੁਤ ਕੁਝ ਸਾਡੇ ਸਾਹਮਣੇ ਆਉਂਦਾ ਹੈ। ਹਮੇਸ਼ਾ ਹੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਰਿਹਾ। ਕੁਝ ਸਮੇਂ ਐਸੇ ਵੀ ਹੋਏ ਨੇ ਜਦੋਂ ਹਰਿਮੰਦਰ ਨੂੰ ਵੀ ਗੁਰੂ ਗ੍ਰੰਥ ਤੋਂ ਬਿਨਾਂ ਰਹਿਣਾ ਪਿਆ ਹੈ। 1604 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਦਿਨ ਪ੍ਰਕਾਸ਼ ਕਰਵਾਇਆ। ਉਦੋਂ ਤਰੀਕ ਸੀ 1 ਸਤੰਬਰ ਭਾਦੋਂ ਸੁਦੀ 1। ਪਹਿਲਾ ਪ੍ਰਕਾਸ਼ ਹੋਇਆ 1601 'ਚ। 1601 ਤੋਂ ਲੈ ਕੇ 1634 ਤੱਕ ਲਗਾਤਾਰ ਹਰਿਮੰਦਰ 'ਚ ਪਾਵਨ ਗ੍ਰੰਥ ਦਾ ਪ੍ਰਕਾਸ਼ ਹੁੰਦਾ ਰਿਹਾ, ਸੇਵਾ ਚੱਲਦੀ ਰਹੀ। 1634 'ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਅੰਮ੍ਰਿਤਸਰ ਸਾਹਿਬ ਨੂੰ ਛੱਡਦੇ ਹਨ ਤੇ ਪਾਵਨ ਗ੍ਰੰਥ ਵੀ ਉਹ ਨਾਲੇ ਲੈ ਕੇ ਜਾਂਦੇ ਹਨ। ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਗਏ ਸਨ ਡਰੋਲੀ ਵਿਖੇ, ਉੱਥੇ ਪਾਵਨ ਸਰੂਪ ਨਾਲ ਲੈ ਕੇ ਗਏ, ਕਿਉਂਕਿ ਉੱਥੇ ਕੁਝ ਚਲਾਣੇ ਹੋਏ ਸਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਂਢੂ ਸਾਲੀ ਉਹਨਾਂ ਦੇ ਚਲਾਣੇ ਹੋ ਗਏ ਸਨ। ਪਾਵਨ ਬਾਣੀ ਦਾ ਪਾਠ ਕਰਨਾ ਸੀ, ਪਾਵਨ ਸਰੂਪ ਉੱਥੇ ਖੜਿਆ ਗਿਆ। ਉਦੋਂ ਬਾਅਦ ਉੱਥੋਂ ਫਿਰ ਪਾਵਨ ਸਰੂਪ ਸਤਿਗੁਰਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਕਿ ਤੁਸੀਂ ਪਾਵਨ ਸਰੂਪ ਕਰਤਾਰਪੁਰ ਵਿਖੇ ਲੈ ਕੇ ਜਾਓ। ਬਾਬਾ ਗੁਰਦਿੱਤਾ ਜੀ ਉੱਥੋਂ ਪਾਵਨ ਸਰੂਪ ਲੈ ਕੇ ਕਰਤਾਰਪੁਰ ਪਹੁੰਚਦੇ ਹਨ। ਭਾਵੇਂ ਇੱਥੇ ਗੁਰੂ ਹਰਗੋਬਿੰਦ ਸਾਹਿਬ ਵੀ ਫੇਰ ਪਹੁੰਚ ਗਏ, ਪਰ ਬਾਬੇ ਗੁਰਦਿੱਤੇ ਤੇ ਉਹਨਾਂ ਦੇ ਪੁੱਤਰ ਸਨ ਭਾਈ ਧੀਰਮਲ, ਬਾਬਾ ਧੀਰਮਲ। ਇਹ ਸਰੂਪ ਫਿਰ ਉਹਨਾਂ ਦੇ ਕੋਲ ਚਲਾ ਗਿਆ। ਉਹਨਾਂ ਨੇ ਸਰੂਪ ਆਪਣੇ ਕੋਲ ਰੱਖਿਆ ਔਰ ਅੱਜ ਤੱਕ ਇਹ ਸਰੂਪ ਜਿਹੜਾ ਪਹਿਲਾ ਸੀ ਧੀਰਮੱਲੀਆਂ ਦੇ ਕੋਲ ਕਰਤਾਰਪੁਰ ਵਿਖੇ ਹੈ। 1634 'ਚ ਇੱਦਾਂ ਫਿਰ ਹਰਿਮੰਦਰ ਸਾਹਿਬ ਤੋਂ ਸਰੂਪ ਚਲਾ ਗਿਆ। ਹਰਿਮੰਦਰ ਸਾਹਿਬ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ। ਉਦੋਂ ਬਾਅਦ ਕਰੀਬਨ 74 ਸਾਲ ਫਿਰ ਹਰਿਮੰਦਰ ਸਾਹਿਬ ਵਿਖੇ ਪਾਵਨ ਗ੍ਰੰਥ ਦਾ ਪ੍ਰਕਾਸ਼ ਨਹੀਂ ਹੋਇਆ। ਕਿਤਾਬ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ, ਮੁੱਖ ਗ੍ਰੰਥੀ ਰਹੇ ਹਨ ਗਿਆਨੀ ਕਿਰਪਾਲ ਸਿੰਘ, ਉਹਨਾਂ ਵੀ ਲਿਖੀ ਹੈ। ਇੱਕ ਕਿਤਾਬ ਸਰੂਪ ਸਿੰਘ ਅਲੱਗ ਪੰਥ ਦੇ ਬੜੇ ਵੱਡੇ ਵਿਦਵਾਨ ਹਨ, ਕਿਤਾਬਾਂ ਲਿਖਦੇ ਤੇ ਬਿਲਕੁਲ ਮੁਫਤ 'ਚ ਉਹ ਕਿਤਾਬਾਂ ਵੰਡਦੇ ਹਨ। ਉਹਨਾਂ ਨੇ ਵੀ ਹਰਿਮੰਦਰ ਦਰਸ਼ਨ ਕਿਤਾਬ ਲਿਖੀ, ਉਹਦੇ 'ਚ ਉਹਨਾਂ ਨੇ ਲਿਖਿਆ ਹੈ ਕਰੀਬਨ 74 ਸਾਲ ਫਿਰ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ। ਉਦੋਂ ਬਾਅਦ ਦਮਦਮਾ ਸਾਹਿਬ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਦਸਮ ਪਾਤਸ਼ਾਹ ਜੀ ਨੇ ਭੇਜਿਆ 1705 'ਚ ਕਰੀਬਨ। ਫਿਰ ਉਹਨਾਂ ਨੇ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਮਰਿਆਦਾ ਬਹਾਲ ਕੀਤੀ। ਉਦੋਂ ਬਾਅਦ ਫਿਰ ਭਾਈ ਮਨੀ ਸਿੰਘ ਜਿੰਨੀ ਦੇਰ ਰਹੇ ਨੇ ਸੇਵਾਵਾਂ ਚੱਲਦੀਆਂ ਰਹੀਆਂ ਹਨ। ਫਿਰ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਗਈ। ਉਦੋਂ ਬਾਅਦ ਉਹ ਸਮਾਂ ਆਇਆ ਜਦੋਂ ਮੱਸੇ ਰੰਗੜ ਨੇ ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ ਸੀ। ਅੰਦਰ ਘੋਰ ਬੇਅਦਬੀ ਕੀਤੀ, ਜੋ ਉਹਨੇ ਕੀਤਾ ਆਪ ਜਾਣਦੇ ਹੋ, ਘੋਰ ਪਾਪ ਅਨਰਥ ਕੀਤਾ। ਤੇ ਜਦੋਂ ਉਹ ਅੰਦਰ ਕੰਜਰੀਆਂ ਨਚਾਉਂਦਾ ਪਿਆ ਸੀ, ਪ੍ਰਕਾਸ਼ ਕਿੱਥੇ ਹੋਣਾ ਸੀ ਜਦੋਂ ਅੰਦਰ ਇਦਾਂ ਦੇ ਨਾਚ ਗਾਣੇ ਸ਼ਰਾਬਾਂ ਚੱਲ ਰਹੀਆਂ ਸਨ। ਫਿਰ ਉਹ ਸਮਾਂ ਆਇਆ ਹਰਿਮੰਦਰ ਸਾਹਿਬ ਪਾਵਨ ਬਾਣੀ ਦਾ ਗ੍ਰੰਥ ਦਾ ਪ੍ਰਕਾਸ਼ ਨਹੀਂ। ਸਰਦਾਰ ਸੁੱਖਾ ਸਿੰਘ ਮਹਿਤਾਬ ਸਿੰਘ ਵੱਲੋਂ ਮੱਸੇ ਰੰਗੜ ਨੂੰ ਸੋਧਿਆ ਗਿਆ। ਉਦੋਂ ਬਾਅਦ ਫਿਰ ਕੁਝ ਸਮੇਂ ਬਾਅਦ ਪਾਵਨ ਬਾਣੀ ਪਾਵਨ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੋਇਆ ਹੈ। ਉਦੋਂ ਬਾਅਦ ਫਿਰ ਸਨ 1762 ਵੱਡਾ ਘੱਲੂਘਾਰਾ ਹੋਇਆ। ਅਹਿਮਦ ਸ਼ਾਹ ਅਬਦਾਲੀ ਨੇ ਇੱਕੋ ਦਿਨ ਕਰੀਬਨ 30,000 ਸਿੰਘਾਂ ਬੱਚਿਆਂ ਨੂੰ ਸ਼ਹੀਦ ਕੀਤਾ। ਅਬਦਾਲੀ ਨੇ ਹਰਿਮੰਦਰ ਸਾਹਿਬ ਤੇ ਵੀ ਹਮਲਾ ਕੀਤਾ ਔਰ ਪਾਵਨ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹਰਿਮੰਦਰ ਸਾਹਿਬ ਦੀ। ਇੱਥੋਂ ਤੱਕ ਉਹਨੇ ਸਰੋਵਰ ਪੂਰ ਕੇ ਉੱਪਰ ਹਲ ਚਲਵਾ ਦਿੱਤੇ। ਕਹਿਣ ਲੱਗਾ ਮੈਂ ਹਰਿਮੰਦਰ ਦਾ ਨਾਮੋ ਨਿਸ਼ਾਨ ਹੀ ਮਿਟਾ ਦੇਵਾਂਗਾ। ਜਿੱਥੇ ਹਰਿਮੰਦਰ ਹੈ ਇੱਥੇ ਜ਼ਿਮੀਂਦਾਰ ਖੇਤੀ ਕਰਿਆ ਕਰਨਗੇ। ਨਾ ਹਰਿਮੰਦਰ ਰਿਹਾ ਨਾ ਸਰੋਵਰ ਰਿਹਾ। ਇਹ ਬੇਅਦਬੀ, ਇਹ ਘੋਰ ਪਾਪ ਕੀਤਾ ਅਬਦਾਲੀ ਨੇ। ਗੱਲ ਵੱਖਰੀ ਕਿ ਆਪ ਉਹ ਕਰੀਬਨ 143 ਕੁ ਦਿਨ ਫੇਰ ਕੱਢ ਸਕਿਆ ਤੇ ਉਹਦਾ ਵੀ ਅੰਤ ਹੋ ਗਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਅਗਵਾਈ ਦੇ ਵਿੱਚ ਪੰਥ ਨੇ ਫਿਰ ਹਰਿਮੰਦਰ ਦੀ ਸੇਵਾ ਆਰੰਭ ਕੀਤੀ
ਤੇ ਕਰੀਬਨ 1774 ਤੱਕ ਇਹ ਸੇਵਾ ਚੱਲਦੀ ਰਹੀ। ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਤਿਆਰ ਹੋਏ, ਹਰਿਮੰਦਰ ਸਾਹਿਬ ਦੀ ਪਾਵਨ ਇਮਾਰਤ ਤਿਆਰ ਹੋਈ, ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਕੀਤਾ ਗਿਆ। ਇੱਦਾਂ ਕਰੀਬਨ ਉਹ ਫਿਰ 12-13 ਵਰ੍ਹੇ ਬਣਦੇ ਨੇ ਜਦੋਂ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ। ਉਦੋਂ ਬਾਅਦ ਕਰੀਬਨ 200 ਸਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਐਨ ਸ਼ਾਨੋ ਸ਼ੌਕਤ ਦੇ ਨਾਲ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੁੰਦੇ ਰਹੇ। ਪਰ ਜੂਨ 1984 ਦੇ ਵਿੱਚ ਫਿਰ ਕੁਝ ਦਿਨ ਐਸੇ ਆਏ ਸਨ ਜਦੋਂ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਵੀ ਨਹੀਂ ਹੋ ਸਕਿਆ। ਸੋ ਕਹਿਣ ਦਾ ਭਾਵ ਕਿ ਸਮੇਂ 'ਚ ਬੜੇ ਉਤਰਾਅ ਚੜ੍ਹਾਅ ਆਏ ਹਨ ਤੇ ਹਰਿਮੰਦਰ ਨੂੰ ਵੀ ਬੜੀ ਵਾਰ ਐਸਾ ਸਮਾਂ ਵੇਖਣਾ ਪਿਆ ਹੈ ਜਦੋਂ ਹਰਿਮੰਦਰ ਸਾਹਿਬ ਵਿਖੇ ਪਾਵਨ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਇਆ। ਹੁਣ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੁੰਦਾ ਹੈ ਤੇ ਕਿਹੜੇ ਗ੍ਰੰਥ ਹਨ ਜਿਨ੍ਹਾਂ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੁੰਦਾ ਹੈ? ਇੱਕ ਪਾਵਨ ਪੁਰਾਤਨ ਸਵਰੂਪ ਜਿਹਦੇ 471 ਅੰਗ ਸਨ। ਇਹ ਪੁਰਾਤਨ ਸਵਰੂਪ ਜਿਹਦਾ ਕਰੀਬਨ 50 ਸਾਲ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੁੰਦਾ ਰਿਹਾ। ਪਰ ਜੂਨ 1984 ਦਾ ਜਦੋਂ ਹਮਲਾ ਹੋਇਆ ਹੈ ਤੇ ਉਦੋਂ ਕਿਉਂਕਿ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਹੀ ਹੋਇਆ, ਹਰਿਮੰਦਰ ਸਾਹਿਬ ਤੇ ਵੀ ਹਮਲਾ ਹੋਇਆ। ਹਰਿਮੰਦਰ ਸਾਹਿਬ ਦੇ ਅੰਦਰ ਸਨ ਭਾਈ ਅਵਤਾਰ ਸਿੰਘ, ਅਖੰਡ ਕੀਰਤਨੀ ਜਥੇ ਦੇ ਇਹ ਸਿੰਘ ਸਨ ਤੇ ਜਿੱਥੇ ਸਾਡਾ ਪਿੰਡ ਹੈ ਬਿਲਕੁਲ ਨਾਲ ਹੀ ਉਹਨਾਂ ਦਾ ਪਿੰਡ ਵੀ ਆ ਪਾਰੋਵਾਲ, ਤੇ ਉਹਨਾਂ ਦੀ ਯਾਦ ਦੇ ਵਿੱਚ ਸਕੂਲ ਵੀ ਬਣਾਇਆ, ਉਸੇ ਸਕੂਲ 'ਚ ਮੈਂ ਪੜ੍ਹਾਈ ਵੀ ਕੀਤੀ ਹੈ। ਉਹ ਭਾਈ ਅਵਤਾਰ ਸਿੰਘ ਪਾਰੋਵਾਲ ਅਖੰਡ ਕੀਰਤਨੀ ਜਥੇ ਦੇ ਸਿੰਘ ਸਨ। ਉਹਨਾਂ ਦੀ ਹਰਿਮੰਦਰ ਸਾਹਿਬ ਦੇ ਅੰਦਰ ਸ਼ਹਾਦਤ ਹੋਈ ਤੇ ਇੱਕ ਗੋਲੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਲੱਗੀ ਹੈ। ਇਹ ਗੋਲੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਤੱਕ ਗਈ ਸੀ। ਸ਼੍ਰੀ ਰਾਗ ਤੋਂ ਲੈ ਕੇ ਗੌੜੀ ਰਾਗ, ਇੱਥੋਂ ਤੱਕ 3 ਰਾਗਾਂ ਤੱਕ ਇਹ ਬਾਣੀ ਗਈ। ਉਹ ਪਾਵਨ ਸਰੂਪ ਪ੍ਰਕਾਸ਼ ਦੇ ਯੋਗ ਨਾ ਰਿਹਾ। ਪਹਿਲਾਂ 50 ਸਾਲ ਉਸ ਸਰੂਪ ਦਾ ਪ੍ਰਕਾਸ਼ ਹੁੰਦਾ ਰਿਹਾ, ਫਿਰ ਇੱਦਾਂ ਪਾਵਨ ਸਰੂਪ ਦੀ ਬੇਅਦਬੀ ਹੋ ਗਈ। ਇਹ ਸਰੂਪ ਦਾ ਫਿਰ ਪ੍ਰਕਾਸ਼ 1984 ਤੋਂ ਬਾਅਦ ਅੱਜ ਤੱਕ ਨਹੀਂ ਹੋਇਆ। ਇਹ ਸਰੂਪ ਕੋਠਾ ਸਾਹਿਬ ਵਿਖੇ ਮੌਜੂਦ ਹੈ, ਜਿੱਥੇ ਸੱਚ ਅਕਾਲ ਤਖਤ ਸਾਹਿਬ ਦੇ ਅੰਦਰ ਆਪਾਂ ਕੋਠਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਉਦੋਂ ਬਾਅਦ ਫਿਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਇੱਕ ਬ੍ਰਹਮ ਬੂਟੇ ਗੁਰਦੁਆਰਾ ਬ੍ਰਹਮ ਬੂਟਾ, ਉਹ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਹੀ ਗਲਿਆਰੇ ਦੇ ਵਿੱਚ ਹੀ ਅਸਥਾਨ ਹੈ, ਉੱਥੋਂ ਸਰੂਪ ਲਿਆਂਦਾ। 1701 ਅੰਗ ਉਸ ਸਰੂਪ ਦੇ ਹਨ। ਉਹ ਸਰੂਪ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤੇ ਉਹ ਸਰੂਪ ਦਾ ਪ੍ਰਕਾਸ਼ ਹੁਣ ਵੀ ਹਰਿਮੰਦਰ ਸਾਹਿਬ ਵਿਖੇ ਹੁੰਦਾ ਹੈ। ਇਹਦੇ ਤੋਂ ਬਿਨਾਂ ਇੱਕ ਹੋਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੁਰਾਤਨ ਪਾਵਨ ਸਰੂਪ ਹੈ, ਜਿਹੜੇ ਸਰੂਪ ਦੇ ਅੰਗ ਹਨ 751। ਇਹ ਸਰੂਪ ਦਾ ਹੱਥ ਲਿਖਤ ਸਰੂਪ ਹੈ, ਇਹਦਾ ਵੀ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਹੁੰਦਾ ਹੈ। ਇੱਕ ਸੁਨਹਿਰੀ ਜਿਲਦ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ, ਜਿਹਦੇ ਅੰਗ ਹਨ 741। ਇਹ ਪੱਕੇ ਅੰਗ ਹੁੰਦੇ ਸਨ। ਜਿਵੇਂ ਅੱਜ ਕੱਲ੍ਹ ਤੇ ਆਪਾਂ ਵੇਖਦੇ ਕਿਤਾਬ ਦੇ ਅੱਗੇ ਪਿੱਛੇ ਪੰਨਿਆਂ ਤੇ ਦੋਵਾਂ ਪਾਸੇ ਨੰਬਰ ਲਿਖੇ ਹੁੰਦੇ ਹਨ। ਪਹਿਲਾਂ ਕੇਵਲ ਇੱਕ ਪਾਸੇ, ਅਗਲੇ ਪਾਸੇ ਨੰਬਰ ਅੰਗ ਲਿਖਿਆ ਹੋਣਾ, ਪਿਛਲਾ ਇੱਕ ਅੰਗ ਛੱਡ ਕੇ ਉਦੋਂ ਬਾਅਦ ਅਗਲੇ ਅੰਗ ਤੇ, ਭਾਵ 2 ਅੰਗਾਂ ਦਾ ਇੱਕ ਅੰਗ। ਇਹ 741 ਅੰਗ ਹਨ ਇਸ ਪਾਵਨ ਸਰੂਪ ਦੇ। ਸੁਨਹਿਰੀ ਇਹ ਸਰੂਪ ਹੈ, ਧੰਨ ਬਾਬਾ ਦੀਪ ਸਿੰਘ ਵੱਲੋਂ ਲਿਖਿਆ ਹੋਇਆ ਸੰਮਤ 1783 ਦਾ ਇਹ ਸਰੂਪ ਹੈ। ਇਹ ਜਿਹੜਾ ਸਰੂਪ ਹੈ, ਇਹ ਸਰੂਪ ਦਾ ਕਦੇ ਕਦੇ ਪ੍ਰਕਾਸ਼ ਹੁੰਦਾ ਹੈ। ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸਮੁੱਚਾ ਜਲੌ ਸਜਿਆ, ਉਦੋਂ ਜਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮੇਂ ਖਾਸ ਦਿਨਾਂ ਤੇ ਇਹ ਸਰੂਪ ਦਾ ਪ੍ਰਕਾਸ਼ ਹੁੰਦਾ। ਸੁਨਹਿਰੀ ਜਿਲਦ ਤੇ ਸੋਨੇ ਦੀ ਕਢਾਈ ਵਾਲਾ ਇਹ ਸਰੂਪ ਹੈ, ਇਸ ਕਰਕੇ ਇਸ ਸਰੂਪ ਨੂੰ ਸੁਨਹਿਰੀ ਜਿਲਦ ਵਾਲਾ ਸਰੂਪ ਕਿਹਾ ਜਾਂਦਾ ਹੈ। ਇਹਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਖਾਸ ਦਿਨਾਂ ਤੇ ਖਾਸ ਪੁਰਬਾਂ ਤੇ ਹੁੰਦਾ ਹੈ।
ਆਮ ਦਿਨਾਂ ਦੇ ਵਿੱਚ 1701 ਅੰਗ ਵਾਲਾ ਜਿਹੜਾ ਸਰੂਪ ਹੈ ਜਾਂ ਫਿਰ 751 ਅੰਗ ਵਾਲਾ ਜਿਹੜਾ ਪੁਰਾਤਨ ਹੱਥ ਲਿਖਤ ਲੜੀਵਾਰ ਇਹ ਸਰੂਪ ਨੇ ਉਹਨਾਂ ਦੇ ਪ੍ਰਕਾਸ਼ ਹੁੰਦੇ ਨੇ। ਤੇ ਜਿਹੜਾ 471 ਅੰਗ ਵਾਲਾ ਸਰੂਪ ਸੀ ਉਹ ਜੂਨ 1984 ਦੇ ਵਿੱਚ ਉਸ ਸਰੂਪ ਦੇ ਗੋਲੀ ਲੱਗਣ ਕਰਕੇ ਫਿਰ ਉਦੋਂ ਬਾਅਦ ਉਸ ਸਰੂਪ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਨਹੀਂ ਹੋਇਆ। ਸੋ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਸਾਨੂੰ ਬਾਣੀ ਗੁਰੂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੜ ਲਗਾਇਆ ਹੈ। ਔਰ ਗੁਰੂ ਹਰਿ ਰਾਏ ਸਾਹਿਬ ਦੇ ਪਾਵਨ ਬਚਨ ਆਪਾਂ ਹਮੇਸ਼ਾ ਯਾਦ ਰੱਖਣੇ ਹਨ। ਜੋ ਗੁਰ ਸਿੱਖ ਭਗਤ ਹੈ ਮੇਰਾ, ਗੁਰ ਬਾਣੀ ਪੈ ਤਿਸੈ ਕਨੇਰਾ, ਜਿਨ ਪੈ ਅਦਬ ਨ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੀ ਹਮਾਰਾ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜੁੜਨਾ ਹੈ। ਗੁਰੂ ਕੇ ਸਿੱਖ ਨੇ ਕਿਸੇ ਡੰਬੀ ਪਖੰਡੀ ਦੇ ਪਿੱਛੇ ਨਹੀਂ ਜਾਣਾ, ਕਿਸੇ ਮੜੀ ਮਸਾਣ ਦੀ ਪੂਜਾ ਨਹੀਂ ਕਰਨੀ, ਕਿਸੇ ਦਰਖਤ ਪਿੱਪਲ ਦੀ ਪੂਜਾ ਨਹੀਂ ਕਰਨੀ, ਕਿਸੇ ਵਿਅਕਤੀ ਦੀ ਪੂਜਾ ਨਹੀਂ ਕਰਨੀ। ਗੁਰੂ ਗ੍ਰੰਥ ਤੋਂ ਬਿਨਾਂ ਗੁਰੂ ਕੇ ਸਿੱਖ ਦਾ ਸੀਸ ਦੂਜੀ ਥਾਂ ਤੇ ਨਹੀਂ ਝੁਕਣਾ ਚਾਹੀਦਾ ਹੈ। ਇਹ ਹਰ ਸਿੱਖ ਦੇ ਲਈ ਜ਼ਰੂਰੀ ਹੈ। ਸੋ ਸਤਿਗੁਰੂ ਮਿਹਰ ਕਰਨ ਅੱਜ ਦੇ ਦਿਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਹੋਇਆ। ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਹਿਰਦਿਆਂ 'ਚ, ਮਨਾਂ 'ਚ, ਜੀਵਨ 'ਚ ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੋਵੇ, ਅਗਿਆਨਤਾ ਦਾ ਹਨੇਰਾ ਮੁੱਕੇ, ਗੁਰਮਤਿ ਦੇ ਰਾਹ ਦੇ ਪਾਂਧੀ ਬਣ ਕੇ ਗੁਰੂ ਦੀਆਂ ਖੁਸ਼ੀਆਂ ਲਈਏ। ਪਾਵਨ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਗੱਜ ਵੱਜ ਕੇ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ